एनफोर्समेंट डायरैक्टोरेट ईडी ਵੱਲੋਂ ਸੁਖਪਾਲ ਖਹਿਰਾ ਨੂੰ गिरफ्तार किया गया। मनी लॉन्डरिंग ਅਤੇ ड्रग ट्रैफिकिंग के इल्ज़ाम लगे ने। कहा गया कि 2017 ਦੇ ਵਿੱਚ ਸੁਖਪਾਲ ਖਹਿਰਾ ਵੱਲੋਂ ਚੋਣਾਂ ਦੇ ਲਈ ਬਾਹਰਲੇ ਮੁਲਕਾਂ ਦੇ ਵਿੱਚੋਂ ਫੰਡਿੰਗ ਮੰਗਾਈ ਗਈ ਸੀ, ਜਿਸ ਦੀ ਫਿਰ ਗੈਰ ਕਾਨੂੰਨਨ ਤੌਰ ਤੇ ਵਰਤੋਂ ਕੀਤੀ ਗਈ। ਸੋ ਇਹ ਸਾਰਾ ਮਸਲਾ ਹੁਣ ਭਖ ਚੁੱਕਿਆ। एक पासे सुखपाल खैरा नूं कल कोर्ट दे विच पेश किया गया तो मुड़ 7 दिनों की रिमांड मिल चुकी है ईडी नूं। नाल दी नाल अगली सुनवाई 18 नवंबर की पा दी गई है। सुखपाल खैरा नूं दिल्ली लिजा के पुछगिछ की जा रही है। उधर ही उन्होंने पुत्र वालों पक्ष रखे गए हैं कि ये सारे इल्ज़ाम झूठे ने, ये सियासी रंजिश करके सब कुछ किया जा रहा है। इस सब के चलदियां सुखपाल खैरा का की कहना है, एक विचार रखने का मौका उन्होंने टकरिया तो वह की बोले इस सारे घटनाक्रम बारे तुसीं खुद सुनो। इस वक्त ना कस्टडी च ते मेरे एडवोकेट तुहाडे नाल गल कर रहे हैं, उन्हां कोल सारे फैक्ट्स हैगे। इन्ना घबराओ ना, इन्ना धक्का मुक्के ना करो। मैं बिल्कुल कायम है और वाहिगुरू की कृपा दे नाल हर गल का जवाब मेरे को बिल्कुल पुख्ता है और मेरे मन से कोई सेहत से कोई चिंता नहीं, क्योंकि मैं इंसाफ पसंद और मैं बेगुनाह ते बेकसूर हाँ। तुसीं मेरे एडवोकेट नाल गल कर वो तो पता ही है, मैं तुहानूं कितनी बारी कह चुका। इट्स कंप्लीट टोटल विक्टिमाइजेशन, बेयरली फॉर स्पीकिंग आउट द ट्रूथ। आई एम फेसिंग द रात, नथिंग एल्स। मेरे नालों कई करोड़ा मतलब ताकतवर पोलिटिकल बंदे जिहड़े धंधा करते हैं, मनी लॉन्डरिंग करते हैं, उन्होंने कोई छेड़ता नहीं गा, सिर्फ इस करके कोई सच की आवाज़ बुलंद करता, इस करके साढ़े ते हमला किया। ਅੱਜ ਈਡੀ ਨੇ ਜਿਹੜਾ ਹੈ ਰਿਮਾਂਡ ਮੰਗਿਆ ਸੀ, ਉਹਨਾਂ ਨੇ 14 ਦਿਨ ਦਾ ਰਿਮਾਂਡ ਮੰਗਿਆ ਸੀ, ਪੇਸ਼ ਕੀਤਾ ਸੀ ਖਹਿਰਾ ਸਾਹਿਬ ਨੂੰ। ਉਸ ਤੋਂ ਬਾਅਦ ਸਾਡੀ ਜਿਹੜੀ ਆਰਗੂਮੈਂਟ ਹੋਈ, ਸਾਡੀ ਆਰਗੂਮੈਂਟ 3-fold ਸੀ। ਅਸੀਂ ਪਹਿਲਾਂ ਇਹ ਸੀ ਕਿ ਵੀ ਜਿਹੜਾ ਅਰੈਸਟ ਹੈ ਬਿਲਕੁਲ ਇਲੀਗਲ ਹੈ, ਅਨਕਨਸਟੀਟਿਊਸ਼ਨਲ ਹੈ, ਬਿਲਕੁਲ ਵਾਇਲੇਸ਼ਨ ਜਿਹੜੀ ਹੈ ਆਰਟੀਕਲ 21-22 ਦੀ ਵਾਇਲੇਸ਼ਨ ਹੈ, ਤੇ ਇਸ ਕਰਕੇ ਜਦ ਅਰੈਸਟ ਹੀ ਇਲੀਗਲ ਹੈ ਸੋ ਰਿਮਾਂਡ ਨਹੀਂ ਮਿਲਣਾ ਚਾਹੀਦਾ। ਉਸ ਤੋਂ ਇਲਾਵਾ ਜੁਰਿਸਡਿਕਸ਼ਨ ਦਾ ਇਸ਼ੂ ਸੀ। ਉਹ ਇਸ਼ੂ ਜਿਹੜਾ ਹੈ ਜੁਰਿਸਡਿਕਸ਼ਨ ਦਾ ਇਸ਼ੂ ਅਲਟੀਮੇਟਲੀ ਰੈਫਰੈਂਸ ਜਿਹੜੀ ਗਈ ਸੈਸ਼ਨ ਜੱਜ ਸਾਹਿਬ ਕੋਲ ਗਈ, ਤੇ ਸੈਸ਼ਨ ਜੱਜ ਸਾਹਿਬ ਨੇ ਜਿਹੜਾ ਹੈ ਉਹ CBI ਕੋਰਟ ਤੋਂ ਮੈਟਰ ਜਿਹੜਾ ਹੈ ਉਹ ਰੈਫਰੈਂਸ ਕਰਤਾ, ਦੁਬਾਰਾ ਖੁੱਲਰ ਸਾਹਿਬ ਦੀ ਕੋਰਟ 'ਚ ਭੇਜਤਾ। ਤੇ ਆਫਟਰ ਹੀਅਰਿੰਗ ਦੀ ਆਰਗੂਮੈਂਟਸ ਜਿਹੜਾ ਈਡੀ ਦਾ ਸੀ ਕਿ ਉਹਨਾਂ ਨੇ ਕਿਹਾ ਕਿ ਸਾਨੂੰ 14 ਦਿਨ ਦਾ ਰਿਮਾਂਡ ਚਾਹੀਦਾ ਹੈ, ਔਰ ਕਿਉਂਕਿ ਅਸੀਂ ਜਿਹੜਾ ਹੈ ਇਹਨਾਂ ਨੂੰ ਕਨਫਰੰਟ ਕਰਾਣੇ ਨੇ, ਕੁਝ ਡਾਕੂਮੈਂਟ ਅਸੀਂ ਵੈਰੀਫਾਈ ਕਰਨਾ ਹੈ, ਤੇ ਵਿੱਚ 2-3 ਦਿਨ ਛੁੱਟੀਆਂ ਨੇ, ਤਾਂ ਸੋ 14 ਦਿਨ ਦੀ ਜਿਹੜੀ ਉਹਨਾਂ ਦੀ ਪ੍ਰੇਅਰ ਸੀ ਕੋਰਟ ਨੇ ਉਹ 14 ਦਿਨ ਦੀ ਰਿਜੈਕਟ ਕਰਤੀ, ਤੇ ਉਹਨਾਂ ਨੂੰ 18 ਤਰੀਕ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਨੇ। 7 ਦਿਨ ਦਾ ਰਿਮਾਂਡ ਦਿੱਤਾ ਇਨਕਲੂਡਿੰਗ ਅੱਜ ਦਾ ਦਿਨ। ਕੀ ਆਧਾਰ ਬਣਾਇਆ ਸੀ ਉਹਨੇ? ਕੀ ਦੇਖੋ ਕੇਸ ਉਹਨਾਂ ਦੇ ਖਿਲਾਫ ਜਿਹੜਾ ਪੁਲਿਸ ਜਿਹੜਾ ਈਡੀ ਦਾ ਕੇਸ ਹੈ, ਈਡੀ ਦਾ ਕੇਸ ਮੇਨਲੀ ਇਹੀ ਹੈ ਕਿ ਜਿਹੜਾ ਇੱਕ ਡਰੱਗਸ ਦਾ ਕੇਸ ਤੁਹਾਨੂੰ ਯਾਦ ਹੋਏਗਾ 2015 'ਚ ਦਰਜ ਹੋਇਆ ਸੀ, ਤੇ ਉਸ ਤੋਂ ਬਾਅਦ ਉਸ ਕੇਸ ਦੇ ਵਿੱਚ ਜਿਹੜੀ ਉਸ ਟਾਈਮ ਦੀ ਮੌਕੇ ਦੀ ਅਕਾਲੀ ਸਰਕਾਰ ਸੀ, ਉਹਨਾਂ ਨੇ ਖਹਿਰਾ ਸਾਹਿਬ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ। ਖਹਿਰਾ ਸਾਹਿਬ ਨੇ ਉਸ ਟਾਈਮ ਹਾਈ ਕੋਰਟ ਰਿਟ ਪਟੀਸ਼ਨ ਫਾਈਲ ਕੀਤੀ। ਰਿਟ ਪਟੀਸ਼ਨ ਦੇ ਵਿੱਚ ਪੰਜਾਬ ਸਰਕਾਰ ਦਾ ਸਾਰਿਆਂ ਦਾ ਜਵਾਬ ਹੀ ਆਇਆ ਸੀ ਕਿ ਖਹਿਰਾ ਸਾਹਿਬ ਇਜ਼ ਨਾਟ ਐਨ ਅਕਿਊਜ਼ਡ ਇਨ ਦੈਟ ਕੇਸ। ਸੋ ਅਲਟੀਮੇਟਲੀ ਔਨ ਦੀ ਸਟੇਟਮੈਂਟ ਆਫ ਦੀ ਸਟੇਟ ਕਾਊਂਸਲ ਜਿਹੜੀ ਉਹ ਰਿਟ ਪਟੀਸ਼ਨ ਇਨਫਰਕਚੁਅਸ ਹੋ ਗਈਆਂ ਸਨ। 2017 ਦੇ ਵਿੱਚ ਜਦ ਸਰਕਾਰ ਬਦਲੀ ਤੇ ਖਹਿਰਾ ਸਾਹਿਬ ਨੇ ਇੱਕ ਮੰਤਰੀ ਨੇ ਪੰਜਾਬ ਸਰਕਾਰ ਦੇ ਜੋ ਹੁਣ ਵੀ ਮੰਤਰੀ ਬਣੇ ਨੇ, ਹੀ ਹੈਡ ਟੂ ਰਿਜ਼ਾਈਨ ਬਿਕੋਜ਼ ਆਫ ਖਹਿਰਾ ਸਾਹਿਬ। ਤੇ ਉਸ ਤੋਂ ਬਾਅਦ ਅਚਾਨਕ ਇੱਕ 311 ਦੀ ਐਪਲੀਕੇਸ਼ਨ ਮੂਵ ਹੋਈ ਫਜ਼ਿਲਕਾ ਕੋਰਟ 'ਚ। 311 ਦੀ ਐਪਲੀਕੇਸ਼ਨ ਮੂਵ ਹੋਣ ਤੋਂ ਬਾਅਦ ਆਈਓ ਕਹਿੰਦਾ ਜੀ ਉਸ ਟਾਈਮ ਕਿਉਂਕਿ ਇਨਵੈਸਟੀਗੇਸ਼ਨ ਦੇ ਦੌਰਾਨ ਵੀ ਇਹਨਾਂ ਬੰਦਿਆਂ ਨੇ ਨਾਮ ਲਿਆ ਸੀ ਖਹਿਰਾ ਸਾਹਿਬ ਦਾ। ਸੋ ਸੁਖਪਾਲ ਖਹਿਰਾ ਨੇ ਆਪਣਾ ਹਿੱਤ ਰੱਖਿਆ। ਉਹਨਾਂ ਨੇ ਕਿਹਾ ਕਿ ਲੜਾਈ ਜਿੱਤੀ ਵੀ ਜਾਵੇਗੀ ਇਸੇ ਤਰੀਕੇ। ਇਹ ਭਾਵੇਂ ਜਿੰਨੀ ਮਰਜ਼ੀ ਸਿਆਸੀ ਰੰਜਿਸ਼ ਦੇ ਚਲਦਿਆਂ ਗਲਤ ਇਲਜ਼ਾਮ ਲਾਉਂਦੇ ਰਹਿਣ, ਪਰ ਇਹ ਕਦੇ ਸਾਬਤ ਨਹੀਂ ਹੋ ਪਾਣਗੇ। ਉਹਨਾਂ ਦੇ ਪੁੱਤਰ ਦਾ ਵੀ ਕਹਿਣਾ ਹੈ ਕਿ ਉਹ ਜ਼ਰੂਰ ਕੋਰਟ ਦੇ ਵਿੱਚੋਂ ਇਨਸਾਫ ਲੈ ਕੇ ਹੀ ਬਾਹਰ ਆਉਣਗੇ ਤੇ ਸਿਆਸੀ ਰੰਜਿਸ਼ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦੇਣਗੇ। ਵਿਚਾਰ ਦਿਓ ਕਿ ਤੁਹਾਡੀ ਨਜ਼ਰਾਂ ਦੇ ਵਿੱਚ ਸੁਖਪਾਲ ਖਹਿਰਾ ਦੇ ਉੱਤੇ ਜਿਹੜੇ ਇਲਜ਼ਾਮ ਲੱਗੇ ਨੇ ਉਹ ਸੱਚੇ ਨੇ, ਜਾਂ ਫਿਰ ਜੋ ਸੁਖਪਾਲ ਖਹਿਰਾ ਤੇ ਉਹਨਾਂ ਦੇ ਪੁੱਤਰ ਦਾ ਕਹਿਣਾ ਕਿ ਇਲਜ਼ਾਮ ਸਾਰੇ ਝੂਠੇ ਨੇ, ਤੁਸੀਂ ਉਸ ਬਿਆਨ ਦੇ ਨਾਲ ਵਾਕਫੀਅਤ ਰੱਖਦੇ ਹੋ। ਵਿਚਾਰ ਦਿਓ। ਦੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।